बेसुमार था अगणत तोलै, ज्यों बुलावो त्यों नानक दास बोलै। मूक उचरै खट शास्त्र, पिंग गिरन चढ़ जाए। अंध लखै बदरो सुनै, ज्यों काल कृपा कराए। कहाँ बुद्ध प्रभ तुष हमारी, बरन सकै महिमा जो तिहारी। हम ना सकत कर सिफत तुम्हारी, आप लेहो तुम कथा सुधारी। हम ना सकत कर सिफत तुम्हारी, आप लेहो तुम कथा सुधारी। वालिए कुल आलम सरबरे कायनात दे मालक धन धन साहिब श्री गुरु ग्रंथ साहिब दी पावन पाक हजूरी अंदर सुभाएमान गुरु रूप गुरु खालसा साध संगत जी, वडभागे हाँ कि गुरु साहिब जी दी पावन हजूरी दे विच बैठ करके गुरु साहिब जी दे अमृतमई बाणी दे नाल जुड़ना कर रहे हाँ। प्रभु दी बख्शी हुई अमृतमई बाणी दे जस नूं गाउणा कर रहे हाँ। सत संगत दे विच बैठ करके जो असीं जाने अनजाने दे विच औगण करदे हाँ उन्हां नूं कट रहे हाँ, क्योंकि सत संगत ही एक ऐसी जगह है जिथे बैठ करके उस प्रभु दे नाम नूं सिमरना करिए ते उस अकाल पुरख दे नाम दे द्वारा असीं अपने कीते होए औगुणां नूं कट सकदे हां। इतिहास नूं असीं सब सਦੀवी ही सुनना करदे हां। इतिहास गुरु साहिबाना दा है, जिस तो सानू ये सेध लैनी चाहिदी है कि गुरु साहिब जी ने साडे लई की सिद्धांत बख्शिश कीते हन, की गुरु साहिब जी ने सानू समझाउणा कीता है ते असीं गुरु साहिब दे उस आशे ते पूरे उतरीए। एक शायर क्या सुंदर लिखदा है कि जिनके दिन मनाते हो उनका इरशाद भी समझो, जिनके दिन मनाते हो उनका मतलब भी समझो। कि जिन्हां दे दिन मनाउंदे हां गुरु साहिबाना दे पावन दिहाड़िਆਂ ਨੂੰ प्रकाश पुरबां ਨੂੰ ਅਸੀਂ बड़ी ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹਾਂ, ਪਰ ਉਹਨਾਂ ਨੇ ਸਾਨੂੰ ਕੀ ਸਿਧਾਂਤ ਬਖਸ਼ਿਸ਼ ਕੀਤੇ ਹਨ, ਸਾਨੂੰ ਕੀ ਸੇਧ ਦਿੱਤੀ ਹੈ, ਉਸ ਨੂੰ ਅਸੀਂ ਜਾਣਨਾ ਨਹੀਂ ਕਰਦੇ। ਆਪਣੇ ਜੀਵਨ ਨੂੰ ਗੁਰੂ ਦੇ ਦਿੱਤੇ ਸਿਧਾਂਤ ਤੇ ਅਸੀਂ ਤੋਰਦੇ ਨਹੀਂ, ਕੇਵਲ ਸੁਣਦੇ ਹਾਂ, ਸੁਣ ਕੇ ਉਸ ਨੂੰ ਧਾਰਨ ਨਹੀਂ ਕਰਦੇ। ਇਹ ਸਾਡੇ ਵਿੱਚ ਸਭ ਤੋਂ ਵੱਡਾ ਔਗੁਣ ਹੈ ਕਿ ਅਸੀਂ ਸੁਣਨਾ ਹੈ ਪਰ ਉਸ ਨੂੰ ਧਾਰਨ ਨਹੀਂ ਕਰਨਾ। ਤੇ ਉਤਨੀ ਦੇਰ ਤੱਕ ਸਾਡੇ ਇਹ ਮਨਾਏ ਦਿਨ ਕਿਸੇ ਥਾਂ ਨਹੀਂ ਜਿਤਨੀ ਦੇਰ ਤੱਕ ਅਸੀਂ ਗੁਰੂ ਸਾਹਿਬਾਨਾਂ ਦੇ ਪਾਵਨ ਦਿਹਾੜਿਆਂ ਤੋਂ ਕੁਛ ਸਿੱਖਦੇ ਨਹੀਂ। ਜੇਕਰ ਕੁਛ ਸਿੱਖਾਂਗੇ ਤਾਂ ਹੀ ਜੀਵਨ ਨੂੰ ਦੁਹਰਾਉਣ ਦਾ, ਗੁਰੂ ਸਾਹਿਬਾਨਾਂ ਦੇ ਜੋ ਜੀਵਨ ਹੈ, ਜੋ ਇਤਿਹਾਸ ਹੈ, ਉਸ ਨੂੰ ਸੁਣਾਉਣ ਦਾ ਕੋਈ ਲਾਭ ਹੋਵੇਗਾ, ਨਹੀਂ ਤਾਂ ਕੋਈ ਲਾਭ ਨਹੀਂ।
ਪ੍ਰਚਾਰਕ ਹਾਂ। ਅਸੀਂ ਸੁਣਾ ਕਰਕੇ ਚਲੇ ਜਾਣਾ ਹੈ, ਸੰਗਤ ਹੈ ਇਸਨੇ ਸੁਣ ਕਰਕੇ ਚਲੇ ਜਾਣਾ ਹੈ, ਪਰ ਜਿਤਨੀ ਦੇਰ ਤੱਕ ਧਾਰਨ ਨਹੀਂ ਕਰਾਂਗੇ ਉਤਨੀ ਦੇਰ ਤੱਕ ਕੀ ਲਾਭ ਹੋਏਗਾ। ਪ੍ਰੋਫੈਸਰ ਸਾਹਿਬ ਸਿੰਘ ਜੀ ਆਪਣੀ ਪੁਸਤਕ ਸਾਡਾ ਇਤਿਹਾਸ ਦੇ ਵਿੱਚ ਜਦੋਂ ਪੰਜਾਬ ਦਾ ਪਿਛੋਕੜ ਦੱਸਦੇ ਹਨ ਤੇ ਉਸ ਦੇ ਵਿੱਚ ਬਕਾਇਦਾ ਲਿਖਦੇ ਹਨ ਕਿ ਜੋ ਕੌਮ ਆਪਣੇ ਬੀਤੇ ਹੋਏ ਸਮੇਂ ਨੂੰ, ਆਪਣੇ ਗੁਜ਼ਰ ਚੁੱਕੇ ਸਮੇਂ ਨੂੰ ਯਾਦ ਨਹੀਂ ਕਰਦੀ, ਉਸ ਤੋਂ ਸੇਧ ਨਹੀਂ ਲੈਂਦੀ, ਉਹ ਕੌਮ ਆਉਣ ਵਾਲੇ ਕੁਛ ਕੁ ਸਾਲਾਂ ਤੱਕ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਉਸ ਨੂੰ ਖਤਮ ਕਰਨ ਦੀ ਕੋਈ ਜ਼ਰੂਰਤ ਨਹੀਂ, ਕੋਈ ਉਸ ਨੂੰ ਢਾਸ ਨਾ ਲਾਵੇ, ਕੋਈ ਉਸ 'ਤੇ ਹਮਲਾ ਨਾ ਕਰੇ, ਉਹ ਕੌਮ ਆਪਣੇ ਆਪ ਹੀ ਖਤਮ ਹੋ ਜਾਵੇਗੀ, ਕਿਉਂਕਿ ਪਿਛੋਕੜ ਉਸਨੇ ਜਾਂਦਿਆਂ ਨਹੀਂ, ਸੇਧ ਲਈ ਨਹੀਂ, ਉਹਨਾਂ ਗਲਤੀਆਂ ਨੂੰ ਫੇਰ ਦੁਹਰਾਇਆ ਤੇ ਉਹ ਕੌਮ ਖੁਦ ਬ ਖੁਦ ਖਤਮ ਹੋ ਜਾਏਗੀ। ਇਸ ਲਈ ਸਾਨੂੰ ਇਤਿਹਾਸ ਨੂੰ ਜਿੱਥੇ ਸੁਣਨਾ ਹੈ ਉੱਥੇ ਨਾਲ ਹੀ ਪੜ੍ਹਨਾ ਚਾਹੀਦਾ ਹੈ ਅਤੇ ਧਾਰਨ ਵੀ ਕਰਨਾ ਚਾਹੀਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਹੀ ਆਪਣੀ ਪੁਸਤਕ ਦੇ ਵਿੱਚ ਇਹ ਵੀ ਸਮਝਾਉਂਦੇ ਹਨ ਕਿ ਇਤਿਹਾਸ ਕੀ ਹੁੰਦਾ ਹੈ ਤੇ ਮਿਥਿਹਾਸ ਕੀ ਹੁੰਦਾ ਹੈ। ਜੋ ਪੁਰਾਤਨ ਸਮੇਂ ਦੇ ਵਿੱਚ ਘਟਨਾਵਾਂ ਹੋਈਆਂ ਹਨ ਉਹਨਾਂ ਨੂੰ ਇੱਕ ਸਾਰ, ਇੱਕ ਲੜੀ ਦੇ ਵਿੱਚ ਜਦੋਂ ਅਸੀਂ ਸੁਣਾਉਂਦੇ ਹਾਂ ਤਾਂ ਉਹ ਹਿਸਟਰੀ ਬਣਦੀ ਹੈ, ਉਸ ਨੂੰ ਇਤਿਹਾਸ ਕਿਹਾ ਜਾਂਦਾ ਹੈ। ਅਤੇ ਜਦੋਂ ਉਸੇ ਇਤਿਹਾਸ ਦੇ ਵਿੱਚ ਅਸੀਂ ਆਪਣੀਆਂ ਗੱਲਾਂ ਲਾ ਦਿੰਦੇ ਹਾਂ, ਆਪਣੇ ਮੁਤਲਕ ਉਸ ਨੂੰ ਤੋੜ ਮਰੋੜ ਕੇ ਸੰਗਤ ਦੇ ਸਾਹਮਣੇ ਪੇਸ਼ ਕਰਦੇ ਹਾਂ ਤਾਂ ਉਹ ਇਤਿਹਾਸ ਨਹੀਂ ਹੁੰਦਾ, ਉਹ ਮਿਥਿਹਾਸ ਬਣ ਜਾਂਦਾ ਹੈ, ਉਹ ਮੈਥੋਲੋਜੀ ਦੇ ਵਿੱਚ ਆ ਜਾਂਦਾ ਹੈ, ਕਿਉਂਕਿ ਅਸੀਂ ਉਸ ਦੇ ਵਿੱਚ ਆਪਣੀ ਗਾਥਾ ਜੋੜ ਦਿੱਤੀ, ਆਪਣੀ ਗੱਲਾਂ ਉਸ ਵਿੱਚ ਸੁਣਾ ਦਿੱਤੀਆਂ। ਇਸ ਲਈ ਸਾਨੂੰ ਜੋ ਪੁਰਾਤਨ ਸਮੇਂ ਦੇ ਵਿੱਚ ਘਟਨਾਵਾਂ ਹੋਈਆਂ ਹਨ ਉਹਨਾਂ ਨੂੰ ਇੱਕ ਸਾਰ ਸੁਣਾਉਣਾ ਚਾਹੀਦਾ ਹੈ ਤਾਂ ਕਿ ਉਹ ਇਤਿਹਾਸ ਬਣੇ, ਨਾ ਕਿ ਮਿਥਿਹਾਸ। ਸਭ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨੂੰ ਸੁਣਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਇੱਕ ਨਿਰੋਲ ਪੰਥ ਚਲਾਉਣਾ ਕੀਤਾ, ਪਰ ਗੁਰੂ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੀ ਜੋ ਵਿਚਾਰ ਹੈ ਉਸ ਪਰਥਾਏ ਵੀ ਕੁਛ ਕੁ ਗੱਲਾਂ ਅਸੀਂ ਕਰਨੀਆਂ ਕਰੀਏ ਤਾਂ ਕਿ ਬੀਤੇ ਸਮੇਂ ਦੇ ਵਿੱਚ ਜੋ ਘਟਨਾਵਾਂ ਹੋਈਆਂ ਹਨ, ਜਿਸ ਕਾਰਨ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਆਗਮਨ ਇਸ ਸ੍ਰਿਸ਼ਟੀ 'ਤੇ ਹੋਇਆ, ਉਸ ਨੂੰ ਤਾਂ ਹੀ ਸਮਝਿਆ ਜਾ ਸਕਦਾ ਹੈ ਜੇਕਰ ਅਸੀਂ ਪਿਛੋਕੜ ਨੂੰ ਸਮਝੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਗਜਾਉਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਦਾਂ ਦੇ ਵਿੱਚ ਇਹ ਲਿਖਿਆ ਆਉਂਦਾ ਹੈ ਕਿ ਜੋ ਹਿੰਦੂ ਧਰਮ ਸੀ 4 ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਜੋ ਬ੍ਰਾਹਮਣ ਸਨ ਉਹ ਆਪਣੇ ਆਪ ਨੂੰ ਸਭ ਤੋਂ ਉੱਤਮ ਸਮਝਦੇ ਸਨ ਕਿਉਂਕਿ ਉਹਨਾਂ ਪਾਸ ਗਿਆਨ ਸੀ। ਜੋ ਖੱਤਰੀ ਸਨ ਉਹ ਬਹੁਤ ਬਲੀ ਸਨ, ਬ੍ਰਾਹਮਣਾਂ ਦੀ ਰੱਖਿਆ ਕਰਦੇ ਸਨ। ਜੋ ਵੈਸ਼ ਸਨ ਉਹਨਾਂ ਦਾ ਕਾਰਜ ਸੀ ਵਣਜ ਵਿਹਾਰ ਕਰਨਾ, ਉੱਪਰਲੇ ਦੋਵੇਂ ਵਰਗਾਂ ਦੀ ਉਹ ਪੇਟ ਦੀ ਪੂਰਤੀ ਲਈ ਅੰਨ ਉਪਜਾਉਂਦੇ ਸਨ। ਜੋ ਸ਼ੂਦਰ ਸਨ ਉਹ ਇਹਨਾਂ 3 ਵਰਨਾਂ ਤੋਂ ਥੱਲੇ ਆਉਂਦੇ ਸਨ, ਇਹਨਾਂ ਉੱਪਰਲੇ 3 ਵਰਨਾਂ ਦੀ ਸੇਵਾ ਕਰਨੀ, ਜੋ ਵੀ ਉਹਨਾਂ ਦੇ ਗੰਦੇ ਵਸਤਰ ਹਨ ਉਹ ਧੋਣੇ ਜਾਂ ਹੋਰ ਜੋ ਨੀਵੇਂ ਕਾਰਜ ਹੁੰਦੇ ਸਨ ਉਹਨਾਂ ਤੋਂ ਕਰਾਉਂਦੇ ਸਨ। ਅਤੇ ਵੇਦਾਂ ਦੇ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਜੋ ਬ੍ਰਾਹਮਣ ਸਨ ਉਹ ਬ੍ਰਹਮਾ ਦੇ ਮੁਖ ਤੋਂ ਉਤਪੰਨ ਹੋਏ ਸਨ, ਜਿਸ ਕਾਰਨ ਉਹਨਾਂ ਦੇ ਪਾਸ ਗਿਆਨ ਦੇ ਭੰਡਾਰ ਸਨ, ਬਹੁਤ ਗਿਆਨਵਾਨ ਸਨ। ਅਤੇ ਦੂਸਰੇ ਨੰਬਰ 'ਤੇ ਖੱਤਰੀ ਆਉਂਦੇ ਹਨ, ਉਹਨਾਂ ਦੇ ਪ੍ਰਥਾਏ ਮੰਨਿਆ ਜਾਂਦਾ ਹੈ ਕਿ ਉਹ ਬ੍ਰਹਮਾ ਦੀਆਂ ਬਾਜੂ ਤੋਂ ਬਾਹਾਂ ਤੋਂ ਉਤਪੰਨ ਹੋਏ ਸਨ, ਜਿਸ ਕਾਰਨ ਉਹਨਾਂ ਪਾਸ ਬਹੁਤ ਬਲ ਸੀ। ਜੋ ਖੱਤਰੀ ਸਨ ਉਹ ਬਹੁਤ ਬਲੀ ਸਨ, ਜਿਨ੍ਹਾਂ ਨੂੰ ਅਸੀਂ ਛਤਰੀਏ ਵੀ ਆਖ ਦਿੰਦੇ ਹਾਂ।
ਕਿ ਛਤਰੀਏ ਹਨ, ਇਹ ਛਤਰੀਏ ਦੇ ਘਰੋਂ ਹਨ, ਘਰਾਨਾ ਹੈ ਛਤਰੀਆਂ ਦਾ। ਇਹਨਾਂ ਨੂੰ ਬ੍ਰਹਮਾ ਦੀ ਬਾਜੂ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਸੀ। ਤੀਸਰੇ ਹਨ ਵੈਸ਼। ਇਹਨਾਂ ਨੂੰ ਬ੍ਰਹਮਾ ਦੀ ਜੰਗਾਂ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਸੀ ਕਿ ਬ੍ਰਹਮਾ ਦੀਆਂ ਜੰਗਾਂ ਤੋਂ ਉਤਪੰਨ ਹੋਏ ਹਨ, ਜਿਸ ਕਾਰਨ ਇਹ ਵਣਜੋ ਵਿਹਾਰ ਕਰਦੇ ਹਨ। ਇਹਨਾਂ ਦੇ ਪਾਸ ਬਹੁਤ ਸਮਰੱਥਾ ਹੈ, ਇਹ ਥੱਕਦੇ ਨੇ। ਚੌਥੇ ਨੰਬਰ 'ਤੇ ਆਉਂਦੇ ਹਨ ਸਭ ਤੋਂ ਨੀਵੇਂ, ਜਿਨ੍ਹਾਂ ਨੂੰ ਆਖਦੇ ਹਨ ਸ਼ੂਦਰ, ਜਿਨ੍ਹਾਂ ਨੂੰ ਬ੍ਰਹਮਾ ਦੇ ਪੈਰਾਂ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਸੀ ਕਿ ਇਹ ਸਭ ਤੋਂ ਨੀਵੇਂ ਹਨ। ਉੱਪਰਲੇ ਤਿੰਨੇ ਵਰਗਾਂ ਦੀ ਸੇਵਾ ਇਹ ਕਰਨਗੇ। ਪਰ ਜੇਕਰ ਅਸੀਂ ਸਿੱਖ ਧਰਮ ਵੱਲ ਝਾਤ ਮਾਰੀਏ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਆਪਣਾ ਸਾਥੀ ਹੀ ਭਾਈ ਮਰਦਾਨੇ ਨੂੰ ਬਣਾਇਆ ਸੀ, ਜੋ ਜਾਤ ਦਾ ਡੂਮ ਸੀ। ਭਾਈ ਮਰਦਾਨਾ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਸਾਥੀ ਸਨ, ਉਦਾਸੀਆਂ ਸਮੇਂ ਵੀ ਉਹਨਾਂ ਦੇ ਨਾਲ ਰਹੇ। ਗੁਰੂ ਸਾਹਿਬ ਜੀ ਨੇ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ। ਜੇ ਮਲਕ ਭਾਗੋ ਨੇ ਭੋਜ ਲਈ ਸੱਦਿਆ ਹੈ ਤਾਂ ਵੀ ਨਹੀਂ ਗਏ, ਭਾਈ ਲਾਲੋ ਦੇ ਘਰੋਂ ਪ੍ਰਸ਼ਾਦਾ ਛਕਣਾ ਕਰਿਆ। ਤੇ ਦੂਸਰੀ ਤਰਫ ਉਹ ਵਰਗਾਂ ਦੇ ਲੋਕ ਹਨ ਜਿਨ੍ਹਾਂ ਨੇ ਇਹ ਵੰਡੀਆਂ ਪਾਈਆਂ ਹਨ। ਇਹ ਚੌਵੇਂ ਆਪਸ ਦੇ ਵਿੱਚ ਫੁੱਟ ਪਈ ਹੋਈ ਸੀ। ਉਹ ਆਖਦਾ ਸੀ ਮੈਂ ਵੱਡਾ ਹਾਂ, ਕੋਈ ਆਖਦਾ ਸੀ ਮੈਂ ਵੱਡਾ ਹਾਂ। ਸ਼ੂਦਰਾਂ ਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ। ਇਹਨਾਂ ਚੌਵਾਂ ਵਰਗਾਂ ਦੇ ਵਿੱਚ ਪਈ ਫੁੱਟ ਨੂੰ ਦੇਖ ਕਰਕੇ ਕਿ ਹਿੰਦੂ ਧਰਮ ਤਾਂ ਆਪਸ ਦੇ ਵਿੱਚ ਹੀ ਫੁੱਟੇ ਹੋਏ ਹਨ, ਇਹਨਾਂ ਦੇ ਵਿੱਚ ਆਪਸੀ ਪਾੜ ਪਏ ਹੋਏ ਹਨ, ਤਾਂ ਜੋ ਸਨਾਤਨ ਧਰਮ ਦੇ ਲੋਕ ਹਨ, ਇਹਨਾਂ ਨੇ ਕੀ ਕੀਤਾ? ਹਿੰਦੂ ਧਰਮ ਨੂੰ ਦੱਬ ਲਿਆ, ਕਿਉਂਕਿ ਆਪਸ ਵਿੱਚ ਬਣਦੀ ਤਾਂ ਸੀ ਨਹੀਂ। ਉਹਨਾਂ ਨੇ ਇਹਨਾਂ ਦੇ ਵਿੱਚ ਪਈ ਹੋਈ ਫੁੱਟ ਦਾ ਫਾਇਦਾ ਚੱਕਿਆ ਤੇ ਇਹਨਾਂ ਨੂੰ ਦੱਬ ਲਿਆ। ਇਹਨਾਂ ਸਭਨਾਂ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ, ਮੰਦਰਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ, ਮਸਜਿਦਾਂ ਇਜਾਦ ਕਰ ਲਈਆਂ, ਮੂਰਤੀਆਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਜੋ ਦੇਵੀ ਦੀ ਮੂਰਤੀ ਹੱਥ ਲੱਗੀ, ਦੇਵਤਿਆਂ ਦੀ ਮੂਰਤੀ ਹੱਥ ਲੱਗੀ, ਉਹਨਾਂ ਦਾ ਖੰਡਨ ਕਰ ਦਿੱਤਾ। ਜੋ ਰਾਜੇ ਸਨ ਉਹ ਵੀ ਉਹਨਾਂ ਦੇ ਨਾਲ ਰਲ ਗਏ। ਜਿਨ੍ਹਾਂ ਨੇ ਰਕਸ਼ਾ ਕਰਨੀ ਸੀ ਉਹੀ ਹੀ ਭਕਸ਼ਕ ਬਣ ਗਏ, ਰਕਸ਼ਕ ਭਕਸ਼ਕ ਬਣ ਗਏ। ਪਰ ਜੋ ਛੋਟੇ ਵਰਗ ਦੇ ਲੋਕ ਸਨ ਉਹ ਕੀ ਕਰਦੇ? ਤਰਲਾ ਮਿੰਨਤਾਂ ਕੀਤੀਆਂ ਪਰ ਕੋਈ ਗੱਲ ਨਾ ਬਣੀ। ਦੁਖਿਆਰੇ ਸਨ। ਭਾਈ ਗੁਰਦਾਸ ਜੀ ਇਹਨਾਂ ਦੇ ਪਰਥਾਏ ਲਿਖਦੇ ਹਨ, ਕੱਲ ਆਈ ਕੁੱਤੇ ਮੁਹੀ, ਖਾਜ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਜਿਹੜੀ ਵਾੜ ਨੇ ਖੇਤ ਦੀ ਰਕਸ਼ਾ ਕਰਨੀ ਸੀ, ਉਸ ਵਾੜ ਨੇ ਖੇਤ ਨੂੰ ਖਾਣਾ ਸ਼ੁਰੂ ਕਰ ਦਿੱਤਾ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਪ੍ਰਜਾ ਅੰਧੀ ਗਿਆਨ ਬਿਨ, ਕੋੜ ਸੁੱਤ ਮੁਖੋਂ ਆਲਾਈ। ਚੇਲੇ ਸਾਜ ਵਜਾਏਂਦੇ, ਨੱਚਣ ਗੁਰੂ ਬਹੁਤ ਬਿਦ ਪਾਈ। ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਵਰਤਿਆ ਪਾਪ ਸਬਸ ਜਗ ਮਾਹੀ। ਐਸੇ ਕਾਰਜ ਹੋਣ ਲੱਗ ਪਏ। ਚੇਲੇ ਘਰਾਂ 'ਚ ਬਹਿਣ ਲੱਗ ਪਏ। ਗੁਰੂ ਉੱਠ ਕੇ ਕਾਰਜਾਂ ਨੂੰ ਜਾਣੇ ਸ਼ੁਰੂ ਹੋ ਗਏ। ਕਾਜ਼ੀਆਂ ਰਿਸ਼ਵਤਾਂ ਲੈ ਲੈ ਕੇ ਹੱਕ ਗਵਾ ਲਏ। ਕੀ ਹੁੰਦਾ? ਰਾਜਿਆਂ ਨੇ ਵੀ ਦਬਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਦੁਖਿਆਰਿਆਂ ਨੇ ਜਦੋਂ ਕਿਤੇ ਨਾ ਚੱਲੀ ਤਾਂ ਉਸ ਪ੍ਰਭੂ ਦੇ ਅੱਗੇ ਅਰਜ਼ੋਈ ਕੀਤੀ ਕਿ ਹੇ ਪਰਮਾਤਮਾ, ਸਾਡੇ ਦੁਖੀਆਂ ਦੀ ਪੁਕਾਰ ਨੂੰ ਸੁਣ। ਅਸੀਂ ਬਹੁਤ ਦੁਖੀ ਹਾਂ, ਸਾਡਾ ਕੋਈ ਨਹੀਂ ਤੇਰੇ ਤੋਂ ਇਲਾਵਾ, ਤੇ ਤੂੰ ਸਾਡੇ 'ਤੇ ਮਿਹਰ ਕਰ। ਤਾਂ ਭਾਈ ਗੁਰਦਾਸ ਜੀ ਕੀ ਲਿਖਦੇ ਹਨ ਇਸ ਪਰਥਾਏ ਕਿ ਜਦੋਂ ਇਹਨਾਂ ਨੇ ਪੁਕਾਰ ਕੀਤੀ ਤਾਂ ਉਸ ਪਰਮਾਤਮਾ ਨੇ, ਉਸ ਪ੍ਰਭੂ ਨੇ, ਅਕਾਲ ਪੁਰਖ ਵਾਹਿਗੁਰੂ ਨੇ ਫਰਿਆਦ ਨੂੰ ਸੁਣ ਲਿਆ, ਇਹਨਾਂ ਦੀ ਪੁਕਾਰ ਨੂੰ ਸੁਣ ਲਿਆ। ਤੇ ਭਾਈ ਗੁਰਦਾਸ ਜੀ ਲਿਖਦੇ ਹਨ, ਸੁਣੀ ਪੁਕਾਰ ਦਾਤਾਰ ਪ੍ਰਭ,
ਗੁਰੂ ਨਾਨਕ ਜਗ ਮਾਹੇ ਪਠਾਇਆ। ਕਿ ਉਹਨਾਂ ਦੁਖਿਆਰਿਆਂ ਦੀ ਪੁਕਾਰ ਸੁਣ ਕੇ, ਦੁਖਿਆਰਿਆਂ ਦੀ ਪੁਕਾਰ ਸੁਣ ਕੇ ਉਸ ਅਕਾਲ ਪੁਰਖ ਨੇ ਸਤਿਗੁਰੂ ਨਾਨਕ ਗੁਰੂ ਸਾਹਿਬ ਜੀ ਨੂੰ ਇਸ ਜਗਤ 'ਤੇ ਇਹਨਾਂ ਦੁਖਿਆਰੀਆਂ ਦੇ, ਇਹਨਾਂ ਦੁਖੀਆਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਘੱਲਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਚਾਰ ਵਰਨਾਂ ਦੇ ਵਿੱਚ ਪਾਟੇ ਸਨ, ਪਰ ਗੁਰੂ ਸਾਹਿਬ ਨੇ ਇੱਕ ਨਿਰੋਲ ਪੰਥ ਬਣਾ ਦਿੱਤਾ, ਸਾਰਿਆਂ ਨੂੰ ਇੱਕ ਕਰ ਦਿੱਤਾ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗ ਨੂੰ ਤਾਰਨ ਦੇ ਹੇਤੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਕਾਸ਼ ਤਾਰਿਆ। ਜਿਹੜੇ ਰਾਜੇ ਆਪਣੇ ਆਪ ਨੂੰ ਉੱਚਾ ਸਮਝਦੇ ਸਨ, ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਰੰਕਾਂ ਦੇ ਨਾਲ ਰਲਾ ਦਿੱਤਾ ਕਿ ਬਰਾਬਰ ਹੋ, ਕੋਈ ਵੱਖ ਨਹੀਂ। ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ? ਬ੍ਰਾਹਮਣ ਖੱਤਰੀ ਸ਼ੂਦ ਵੈਸ ਉਪਦੇਸ਼, ਚੋ ਵਰਨਾ ਕੋ ਸਾਂਝਾ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਭ ਬਰਾਬਰ ਹਨ, ਉਸ ਅਕਾਲ ਪੁਰਖ ਦੇ ਭੇਜੇ ਹੋਏ ਹਨ, ਕੋਈ ਵੱਡਾ ਨਹੀਂ। ਗੁਰੂ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਤਾਂ ਹਨੇਰਾ ਹੀ ਸੀ ਇਸ ਜਗਤ ਦੇ ਉੱਤੇ, ਅਗਿਆਨਤਾ ਦਾ ਹਨੇਰਾ। ਸਭ ਪਾਸੇ ਅਗਿਆਨ ਸੀ। ਜੋ ਵੱਡੇ ਅਹੁਦਿਆਂ 'ਤੇ ਸਨ, ਉਹਨਾਂ ਨੇ ਨੀਵਿਆਂ ਨੂੰ ਦੱਬਣਾ ਸ਼ੁਰੂ ਕੀਤਾ ਸੀ। ਬ੍ਰਾਹਮਣ ਹੋਰਾਂ ਨੂੰ ਵਹਿਮਾਂ ਦੇ ਵਿੱਚ ਪਾਈ ਜਾਂਦੇ ਸਨ, ਤੁਸੀਂ ਇੱਧਰ ਚੱਲੋ ਨਹੀਂ ਤਾਂ ਇਹ ਹੋ ਜਾਏਗਾ, ਜੇਕਰ ਤੁਸੀਂ ਇਸ ਦੇਵਤੇ ਨੂੰ ਨਾ ਪੂਜਿਆ ਤਾਂ ਤੁਹਾਡਾ ਕਾਰਜ ਸਫਲ ਨਹੀਂ ਹੋਵੇਗਾ। ਅਗਿਆਨਤਾ ਦਾ ਹਨੇਰਾ ਸੀ। ਜਾਤ ਪਾਤ ਦੇ ਵਿੱਚ ਲੋਕੀ ਵੰਡੇ ਹੋਏ ਸਨ, ਵਰਨਾਂ ਦੇ ਵਿੱਚ ਵੰਡੇ ਹੋਏ ਸਨ। ਭਾਈ ਗੁਰਦਾਸ ਜੀ ਇਸ ਪ੍ਰਥਾਏ ਵੀ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੈ ਅੰਧੇਰ ਪਲੋਆ। ਕਿ ਜਦੋਂ ਸਤਿਗੁਰੂ ਨਾਨਕ ਪ੍ਰਗਟਿਆ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਸ ਜਗਤ ਦੇ ਉੱਤੇ, ਇਸ ਸ੍ਰਿਸ਼ਟੀ ਦੇ ਉੱਤੇ ਅਵਤਾਰ ਹੋਇਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਹੜਾ ਅਗਿਆਨਤਾ ਦਾ ਹਨੇਰਾ ਸੀ, ਅਗਿਆਨਤਾ ਦੀ ਧੁੰਦ ਸੀ, ਉਹ ਸਭ ਮਿਟ ਗਈ, ਸਭ ਦੂਰ ਹੋ ਗਈ ਤੇ ਚਾਨਣ ਹੋ ਗਿਆ। ਅਸੀਂ ਸਭ ਵੇਖਦੇ ਹਾਂ, ਜਦੋਂ ਧੁੰਦ ਪਈ ਹੁੰਦੀ ਹੈ ਕੁਛ ਦਿਸਦਾ ਨਹੀਂ। ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ, ਧੁੰਦ ਉੱਡ ਜਾਂਦੀ ਹੈ ਤੇ ਸਭ ਕੁਛ ਕਲੀਅਰ ਹੋ ਜਾਂਦਾ ਹੈ, ਕੋਈ ਧੁੰਦ ਨਹੀਂ ਰਹਿੰਦੀ। ਮਿੱਟੀ ਧੁੰਦ ਜਗ ਚਾਨਣ ਹੋਵਾ, ਫਿਰ ਚਾਨਣ ਹੋਇਆ, ਸਭ ਨੂੰ ਦਿਖਣ ਲੱਗ ਪਿਆ। ਅਗਿਆਨਤਾ ਦਾ ਹਨੇਰਾ ਮਿਟ ਗਿਆ। ਜਦੋਂ ਹਨੇਰਾ ਹੀ ਦੂਰ ਹੋ ਗਿਆ ਤਾਂ ਦ੍ਰਿਸ਼ਟੀ ਸਭ ਕੁਝ ਦੇਖ ਸਕਦੀ ਹੈ। ਇਹ ਜੋ ਨੇਤਰ ਹਨ ਸਭ ਕੁਝ ਦੇਖ ਸਕਦੇ ਹਨ, ਦ੍ਰਿਸ਼ਟੀ ਪੂਰੀ ਤਰ੍ਹਾਂ ਕੰਮ ਕਰਦੀ ਹੈ। ਜਦੋਂ ਹਨੇਰਾ ਮੁੱਕ ਜਾਂਦਾ ਹੈ, ਜਦੋਂ ਅਸੀਂ ਲਾਈਟ ਜਗਾਉਂਦੇ ਹਾਂ, ਹਨੇਰਾ ਮੁੱਕ ਜਾਂਦਾ ਹੈ, ਤਾਂ ਜੋ ਇਹ ਅੱਖਾਂ ਹਨੇਰੇ 'ਚ ਨਹੀਂ ਦੇਖ ਸਕਦੀਆਂ, ਉਹ ਰੋਸ਼ਨੀ ਦੇ ਵਿੱਚ ਵੇਖਦੀਆਂ ਹਨ। ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੈ ਅੰਧੇਰ ਪਲੋਆ। ਕਿ ਜਿਵੇਂ ਸੂਰਜ ਦੇ ਚੜ੍ਹਨ ਦੇ ਨਾਲ ਚੰਦਰਮਾ ਲੁਕ ਜਾਂਦਾ ਹੈ, ਤਾਰੇ ਛਿਪ ਜਾਂਦੇ ਹਨ ਤੇ ਦਿਨ ਚੜ੍ਹ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਆਗਮਨ ਦੇ ਨਾਲ ਅਗਿਆਨਤਾ ਦਾ ਹਨੇਰਾ ਮਿਟ ਗਿਆ। ਇਸ ਲਈ ਗੁਰੂ ਸਾਹਿਬ ਦਾ ਆਗਮਨ ਇੱਕ ਸ੍ਰਿਸ਼ਟੀ 'ਤੇ ਹੋਇਆ ਤਾਂ ਕਿ ਗੁਰੂ ਸਾਹਿਬ ਜੀ ਇਹਨਾਂ ਨੂੰ ਦੁੱਖਾਂ ਦੇ ਵਿੱਚੋਂ ਕੱਢ ਦੇਣ, ਜੋ ਲੋਕ ਦੁੱਖਾਂ ਦੇ ਵਿੱਚ ਫਸੇ ਹਨ, ਅਗਿਆਨਤਾ ਦੇ ਵਿੱਚ ਫਸੇ ਹਨ। ਇਹਨਾਂ ਸਭਨਾਂ ਦੇ ਬੰਧਨ ਕੱਟ ਦੇਣ। ਬੰਧਨ ਤਾਂ ਪਏ ਹਨ, ਕੋਈ ਅਗਿਆਨਤਾ ਦੇ ਵਿੱਚ ਫਸਿਆ ਹੈ, ਕੋਈ ਵਹਿਮ ਦੇ ਵਿੱਚ ਫਸਿਆ ਹੈ, ਕੋਈ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੈ, ਕੋਈ ਕਾਮ ਦੇ ਵਿੱਚ ਫਸਿਆ। ਪਰ ਗੁਰੂ ਸਾਹਿਬ ਜੀ ਨੇ ਇਹਨਾਂ ਸਭਨਾਂ ਦੇ ਬੰਧਨ ਕੱਟੇ ਹਨ।
ਅਸੀਂ ਸਮਝਦੇ ਨਹੀਂ, ਕੇਵਲ ਸੁਣਿਆ ਹੈ, ਸੁਣ ਕੇ ਛੱਡ ਦਿੱਤਾ। ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਉਚਾਰਨ ਕੀਤੀ ਹੈ, ਪੜ੍ਹਦੇ ਵੀ ਹਾਂ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੈ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿ ਜੇ 100 ਚੰਦਾ ਉੱਗ ਜਾਵੇ ਤੇ 1000 ਸੂਰਜ ਵੀ ਚੜ੍ਹ ਜਾਣ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੈ ਚਾਨਣ ਹੁੰਦਿਆਂ, ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਪਰ ਤੇਰੇ ਅੰਦਰ ਹਨੇਰਾ ਹੀ ਰਹੇਗਾ, ਕਦੀ ਚਾਨਣ ਨਹੀਂ ਹੋਵੇਗਾ। ਬਾਹਰ ਜਿਤਨਾ ਮਰਜ਼ੀ ਰੋਸ਼ਨੀ ਕਰ ਲੈ, ਪਰ ਤੇਰੇ ਅੰਦਰ ਜਿਤਨੀ ਦੇਰ ਤੱਕ ਨਾਮ ਦਾ ਵਾਸਾ ਨਹੀਂ ਹੋਵੇਗਾ, ਤੇਰਾ ਗੁਰੂ ਨਾਲ ਪ੍ਰੇਮ ਨਹੀਂ ਬਣੇਗਾ, ਉਤਨੀ ਦੇਰ ਤੱਕ ਅੰਦਰ ਹਨੇਰਾ ਹੀ ਰਹੇਗਾ। ਕਦੇ ਅੰਦਰ ਸ਼ਾਂਤੀ ਪ੍ਰਾਪਤ ਨਹੀਂ ਹੋਵੇਗੀ ਜਿਤਨੀ ਦੇਰ ਤੱਕ ਅਸੀਂ ਅੰਦਰ ਨਾਮ ਦਾ ਦੀਵਾ ਨਹੀਂ ਬਾਲਦੇ। ਅਸੀਂ ਸਭ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦੇ ਹਨ, ਜਿਸ ਨੇ ਇਸ ਸ੍ਰਿਸ਼ਟੀ ਤੇ ਕੱਲਿਆ। ਜਿਸ ਪ੍ਰਥਾਏ ਗੁਰੂ ਸਾਹਿਬ ਜੀ ਨੇ ਇੱਕ ਓਅੰਕਾਰ ਦਾ ਉਚਾਰਨ ਕੀਤਾ ਹੈ। ਗੁਰੂ ਸਾਹਿਬ ਜੀ ਕੀ ਲਿਖਦੇ ਹਨ? ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰੀ ਜਾਂਦਾ ਹਾਂ ਤੇ ਇੱਕ ਦਿਨ ਦੇ ਵਿੱਚ 100 ਵਾਰੀ ਜਾਂਦਾ ਹਾਂ। ਕਿਹੜੇ ਗੁਰੂ ਤੋਂ? ਜਿਨ ਮਾਨਸ ਤੇ ਦੇਵਤੇ ਕੀਏ, ਜਿਨੇ ਮਾਨਸ ਤੋਂ ਦੇਵਤੇ ਬਣਾ ਦਿੱਤਾ, ਮਨੁੱਖ ਤੋਂ ਦੇਵਤੇ ਬਣਾਤਾ। ਤੇ ਇੰਨਾ ਕਾਰਜ ਕਰਨ ਲੱਗਿਆ ਉਹਨੂੰ ਕਰਤ ਨਾ ਲਾਗੀ ਵਾਰ, ਭੋਰਾ ਜਿੰਨਾ ਸਮਾਂ ਨਹੀਂ ਲੱਗਾ, ਅੱਖ ਝਪਕੜ ਜਿੰਨਾ ਸਮਾਂ ਨਹੀਂ ਲੱਗਾ ਉਸ ਅਕਾਲ ਪੁਰਖ ਨੂੰ। ਜਿਨ ਮਾਨਸ ਤੇ ਦੇਵਤੇ ਕੀਏ, ਜਿਨੇ ਜਿੰਨਾਂ ਤੋਂ ਮਨੁੱਖ ਤੇ ਦੇਵਤੇ ਸਿਰਜੇ। ਰਾਖਸ਼ ਬਿਰਤੀ ਤੋਂ ਮਨੁੱਖਾਂ ਵਾਲੀ, ਦੇਵਤਿਆਂ ਵਾਲੀ ਬਿਰਤੀ ਬਣਾ ਦਿੱਤੀ ਉਸ ਅਕਾਲ ਪੁਰਖ ਨੇ। ਉਸ ਪ੍ਰਥਾਏ ਗੁਰੂ ਸਾਹਿਬ ਜੀ ਵੀ ਲਿਖਦੇ ਹਨ, ਇੱਕ ਓਅੰਕਾਰ। ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਪੜ੍ਹਦੇ ਹਾਂ ਅਸੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਾਹਕਾਰ ਰਚਨਾ ਹੈ ਜਪ ਜੀ ਸਾਹਿਬ, ਭਾਵ ਕਿ ਜਪੋ, ਉਸ ਵਾਹਿਗੁਰੂ ਦੇ ਨਾਮ ਨੂੰ ਧਿਆਓ, ਜਪ। ਗੁਰੂ ਸਾਹਿਬ ਜੀ ਆਰੰਭ ਦੇ ਵਿੱਚ ਲਿਖਦੇ ਹਨ, ਇੱਕ ਓਅੰਕਾਰ, ਇੱਕ, ਜੋ ਉਸ ਅਕਾਲ ਪੁਰਖ ਦਾ ਸੂਚਕ ਹੈ, ਤਾਂ ਕਿ ਸਾਨੂੰ ਮਨੁੱਖਾਂ ਨੂੰ ਇਹ ਵਹਿਮ ਨਾ ਰਵੇ, ਇਹ ਭੁਲੇਖਾ ਨਾ ਰਵੇ ਕਿ ਹਿੰਦੂਆਂ ਦਾ ਜੋ ਰੱਬ ਹੈ ਕੋਈ ਹੋਰ ਹੈ, ਮੁਸਲਮਾਨਾਂ ਦਾ ਜੋ ਅੱਲਾ ਹੈ ਕੋਈ ਹੋਰ ਹੈ, ਈਸਾਈਆਂ ਦਾ ਜੋ ਗੋਡ ਹੈ ਉਹ ਹੋਰ ਹੈ, ਤੇ ਜਾਂ ਸਾਡਾ ਜੋ ਵਾਹਿਗੁਰੂ ਹੈ ਉਹ ਹੋਰ ਹੈ। ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਹਨ ਇੱਕ ਓਅੰਕਾਰ, ਇੱਕ ਹੀ ਹੈ। ਹੁਣ ਅਸੀਂ ਪਾਣੀ ਨੂੰ ਇੰਗਲਿਸ਼ ਦੇ ਵਿੱਚ ਵਾਟਰ ਕਹਿ ਦਿੰਦੇ ਹਾਂ, ਪੰਜਾਬੀ 'ਚ ਪਾਣੀ ਕਹਿ ਦਿੰਦੇ ਹਾਂ, ਹਿੰਦੀ 'ਚ ਜਲ ਕਹਿ ਦਿੰਦੇ ਹਾਂ, ਪਰ ਨਾਮ ਬਦਲੇ, ਵਸਤੂ ਤੇ ਨਹੀਂ ਬਦਲੀ। ਕਾਰਜ ਵੀ ਉਹਦਾ ਉਹ ਹੈ, ਉਸਨੇ ਪਿਆਸ ਬੁਝਾਉਣੀ ਹੈ, ਉਸ ਨਾਲ ਅਸੀਂ ਆਪਣੇ ਤਨ ਨੂੰ ਸਾਫ਼ ਕਰ ਸਕਦੇ ਹਾਂ, ਆਪਣੇ ਵਸਤਰ ਸਾਫ਼ ਕਰ ਸਕਦੇ ਹਾਂ, ਕੇਸਾਂ ਦਾ ਇਸ਼ਨਾਨ ਕਰ ਸਕਦੇ ਹਾਂ, ਹੱਥ ਸੁੱਚੇ ਕਰ ਸਕਦੇ ਹਾਂ। ਰਿਹਾ ਤਾਂ ਪਾਣੀ ਹੀ, ਕਾਰਜ ਉਹਦਾ ਉਹੀ ਰਿਹਾ, ਨਾਮ ਬਦਲ ਗਏ। ਉਸੇ ਤਰ੍ਹਾਂ ਇਹ ਸਾਰੇ ਉਸ ਪਰਮਾਤਮਾ ਦੇ ਨਾਮ ਹਨ, ਉਸ ਅਕਾਲ ਪੁਰਖ ਦੇ ਨਾਮ ਹਨ, ਜੋਤ ਇੱਕ ਹੀ ਰਹੀ। ਅਸੀਂ ਸਭ ਆਖਦੇ ਹਾਂ 10 ਪਾਤਸ਼ਾਹੀਆਂ ਕੀ ਜੋਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜੋਤ ਇੱਕ ਹੀ ਹੈ। ਉਸੇ ਜੋਤ ਦਾ ਮੂਲ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਪਾਸ। ਅਸੀਂ ਸਮਝਦੇ ਨਹੀਂ। ਓਅੰਕਾਰ ਇੱਕ
ਓੰਕਾਰ ਇੱਕ ਤੋਂ ਭਾਵ ਹੈ ਪਰਮਾਤਮਾ ਇੱਕ ਹੈ, ਉਸਦਾ ਇੱਕ ਹੀ ਸਰੂਪ ਹੈ। ਉਸਨੇ ਇਸ ਸ੍ਰਿਸ਼ਟੀ ਤੇ ਘੱਲਿਆ ਹੈ ਸਭਨਾਂ ਨੂੰ ਤਾਂ ਕਿ ਉਸਦੇ ਨਾਮ ਦੇ ਨਾਲ ਜੋੜ ਸਕੇ, ਨਾ ਕਿ ਆਪ ਰੱਬ ਬਣ ਕੇ ਬਹਿ ਜਾਣ। ਇਸ ਲਈ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਇੱਕ ਓੰਕਾਰ, ਓੰਕਾਰ ਜੋ ਕਿ ਬ੍ਰਹਮ ਦਾ ਵਾਚਕ ਸ਼ਬਦ ਹੈ, ਜਿਸ ਨੂੰ ਅਸੀਂ ਓਮ ਦਾ ਭਾਵ ਵੀ ਕਹਿੰਦੇ ਹਨ, ਭਾਵ ਜੀਵਨ ਦੇਣ ਵਾਲਾ, ਪਾਲਣ ਵਾਲਾ ਤੇ ਨਾਸ਼ ਕਰਨ ਵਾਲਾ, ਜਿਸ ਨੂੰ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਲਿਖਦੇ ਹਨ ਆਕਾਰ, ਮਾਕਾਰ ਤੇ ਸਾਕਾਰ ਸਥਿਤੀ। ਆਕਾਰ ਭਾਵ ਜਿਸ ਨੇ ਉਤਪਤੀ ਕਰੀ ਹੈ, ਇਹ ਸਾਰਾ ਪਸਾਰਾ ਕਰਿਆ ਹੈ, ਆਕਾਰ ਜਿਹਨੇ ਦਿੱਤਾ ਹੈ। ਸਾਕਾਰ ਭਾਵ ਜੋ ਸਾਡੀ ਪਾਲਣਾ ਕਰ ਰਿਹਾ ਹੈ। ਮਾਕਾਰ ਭਾਵ ਖਹਿ ਕਰ ਦੇਣ ਵਾਲਾ, ਸਾਨੂੰ ਮੁਕਾ ਦੇਣ ਵਾਲਾ, ਜਿਸ ਨੂੰ ਅਸੀਂ ਆਖ ਦਿੰਦੇ ਹਨ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਬ੍ਰਹਮਾ ਸਾਨੂੰ ਜਿਸ ਨੇ ਜਨਮ ਦਿੱਤਾ, ਵਿਸ਼ਨੂੰ ਜੋ ਪਾਲ ਰਿਹਾ ਹੈ, ਸ਼ਿਵ ਜੀ ਜੋ ਮਹਾਕਾਲ ਹੈ, ਜਿਸ ਨੇ ਮਾਰ ਦੇਣਾ ਹੈ। ਇਹ ਸਭ ਕਹਿਣ ਦੀਆਂ ਗੱਲਾਂ ਹਾਂ, ਪਰ ਇਹਨਾਂ ਸਭਨਾਂ ਨੂੰ ਘੱਲਣ ਵਾਲਾ ਵੀ ਉਹ ਕਾਲ ਪੁਰਖ ਹੀ ਸੀ। ਉਹ ਸਭ ਵੀ ਇਸ ਦੀ ਦਿੱਤੀ ਹੋਈ ਸ਼ਕਤੀ ਨੂੰ ਹੀ ਵਰਤਦੇ ਸਨ। ਓੰਕਾਰ ਤੋਂ ਹੀ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਦਿਨ ਰਾਤ ਦੀ ਉਤਪਤੀ ਹੋਈ ਹੈ। ਅਸੀਂ ਸਭ ਆਖਦੇ ਹਾਂ ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਆਖਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹਨ। ਅਸੀਂ ਪੜ੍ਹਦੇ ਹਾਂ, ਆਖਦੇ ਹਾਂ, ਪਰ ਸਮਝਦੇ ਨਹੀਂ। ਓੰਕਾਰ ਦੀ ਧੁਨ ਤੋਂ ਹੀ ਦਿਨ ਰਾਤ ਦਾ ਪਸਾਰਾ ਪਸਰਿਆ ਹੈ। ਅਸੀਂ ਇਸ ਨੂੰ ਏਕ ਓੰਕਾਰ ਵੀ ਆਖਦੇ ਹਾਂ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਏਕਾ ਏਕ ਓੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ। ਪਰ ਜੇਕਰ ਮੰਨਣਾ ਕਰੀਏ ਤਾਂ ਓੰਕਾਰ ਦੇ ਅਰਥ ਇਤਨੇ ਡੂੰਘੇ ਹਨ ਕਿ ਦਾਸ ਦੀ ਵੀ ਇਤਨੀ ਬੁੱਧੀ ਨਹੀਂ, ਇਤਨਾ ਕੁਸ਼ਲ ਨਹੀਂ, ਇਤਨਾ ਸਕਸ਼ਮ ਨਹੀਂ ਦਾਸ ਕਿ ਓੰਕਾਰ ਦੇ ਸੰਪੂਰਨ ਅਰਥ ਕਰ ਸਕੇ। ਭਾਈ ਗੁਰਦਾਸ ਜੀ ਇਸ ਪਰਥਾਏ ਵੀ ਲਿਖਣਾ ਕਰਦੇ ਹਨ, ਓੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ, ਪੰਜ ਤਤ ਪ੍ਰਵਾਨ ਕਰ ਘਟ ਘਟ ਅੰਦਰ ਤੇਰੇ ਭਵਨ ਸਾਰਾ। ਕਾਦਰ ਕਿਣੇ ਨਾ ਲਖਿਆ ਕੁਦਰਤ ਸਾਜ ਕੀਆ ਅਵਤਾਰਾ, ਇੱਕ ਦੂ ਕੁਦਰਤ ਲੱਖ ਕਰ ਲੱਖ ਬੇਅੰਤ ਅਸੰਖ ਅਪਾਰਾ। ਰੋਮ ਰੋਮ ਵਿੱਚ ਰੱਖਿਉਣ ਕਰ ਬ੍ਰਹਿਮੰਡ ਕਰੋੜ ਸਮਾਰਾ, ਇਕਸ ਬ੍ਰਹਿਮੰਡ ਵਿੱਚ 10 ਕਰ ਅਵਤਾਰ ਕਰ, ਇਕਸ ਬ੍ਰਹਿਮੰਡ ਵਿੱਚ 10 ਕਰ ਅਵਤਾਰ ਉਤਾਰਾ। ਕੇਤੇ ਵੇਦ ਬਿਆਸ ਕਰ ਕਈ ਕਤੇਬ ਮੁਹੰਮਦ ਯਾਰਾ, ਕੁਦਰਤ ਇੱਕ ਏਤਾ ਪਸਾਰਾ। ਓੰਕਾਰ ਤੋਂ ਹੀ ਇਹ ਸਾਰਾ ਆਕਾਰ ਹੋਇਆ ਹੈ, ਸ੍ਰਿਸ਼ਟੀ ਰਚੀ ਗਈ ਹੈ। ਮਨੁੱਖਾਂ ਦੀ ਰਚਨਾ ਜੋ ਹੋਈ ਹੈ ਉਹ ਵੀ ਇਸੇ ਤੋਂ ਹੋਈ ਹੈ, ਪਰ ਅਸੀਂ ਸਮਝਦੇ ਨਹੀਂ। ਓੰਕਾਰ ਜਿਸ ਦੀ ਧੁਨ ਤੋਂ, ਜਿਸ ਦੇ ਕਾਰਨ ਇਸ ਸ੍ਰਿਸ਼ਟੀ ਦਾ ਪਸਾਰਾ ਹੋਇਆ, ਉਸ ਅਕਾਲ ਪੁਰਖ ਨੇ ਓੰਕਾਰ ਦੇ ਥਰੂ ਇਹ ਸਾਰਾ ਪਸਾਰਾ ਪਸਰਿਆ ਹੈ। ਫਿਰ ਅਸੀਂ ਪੜ੍ਹਦੇ ਹਾਂ ਸਤਿਨਾਮ, ਉਸ ਇੱਕ ਦਾ ਜੋ ਨਾਮ ਹੈ ਉਹੀ ਸੱਚਾ ਹੈ। ਸਤਿਨਾਮ ਭਾਵ ਜਿਸ ਦਾ ਨਾਮ ਸੱਚਾ ਹੈ ਉਹ ਅਕਾਲ ਪੁਰਖ ਹੈ। ਜਿਸ ਦਾ ਨਾਮ ਸੱਚਾ ਹੈ, ਉਹਦਾ ਨਾਮ ਕਿਉਂ ਸੱਚਾ ਹੈ? ਕਿਉਂਕਿ ਉਹਨੇ ਸ੍ਰਿਸ਼ਟੀ ਰਚਨਾ ਕੀਤੀ ਹੈ, ਸਭ ਕੁਝ ਕਰਨ ਕਾਰਨ ਸਮਰੱਥ ਹੈ, ਕਰਤਾ ਪੁਰਖ। ਉਹ ਸਭ ਕੁਝ ਕਰਨ ਕਾਰਨ ਵਾਲਾ ਹੈ, ਉਸਨੇ ਸਭ ਕੁਝ ਕਰਿਆ ਹੈ। ਉਹੀ ਇੱਕ ਕਰਤਾ ਹੈ, ਉਹੀ ਪੁਰਖ ਹੈ ਜੋ ਸਭ ਕੁਝ ਕਰ ਸਕਦਾ ਹੈ, ਜਿਸ ਕਾਰਨ ਉਸਦਾ ਨਾਮ ਸੱਚਾ ਹੈ। ਉਹ ਕਰਤਾ ਪੁਰਖ ਹੈ, ਸਭ ਕੁਝ ਕਰਦਾ ਹੈ, ਜਿਸ ਕਾਰਨ ਉਹ ਨਿਰਭਉ ਹੈ, ਕਿਉਂਕਿ ਸਾਰਾ ਪਸਾਰਾ ਤਾਂ ਉਹਨੇ ਪਸਰਿਆ ਹੈ। ਉਸਨੂੰ ਕਿਸ ਦਾ ਭੈ ਹੋਵੇਗਾ? ਭੈ ਤਾਂ ਉਸਨੂੰ ਹੁੰਦਾ ਹੈ ਜੋ ਇਸ ਸ੍ਰਿਸ਼ਟੀ 'ਤੇ ਦਿਸ ਰਿਹਾ ਹੈ, ਜਿਸ ਨੇ ਜਨਮ ਲਿਆ ਹੈ, ਉਸਨੂੰ ਭੈ ਹੋਵੇਗਾ। ਕਾਲ ਆਉਣ ਦਾ ਡਰ, ਭੁੱਖ ਲੱਗਣ ਦਾ ਡਰ, ਅੱਜ ਭੋਜਨ ਛਕਿਆ ਹੈ, ਅਗਲੇ ਟਾਈਮ ਮਿਲੇਗਾ ਕਿ ਨਹੀਂ।
ਵੈਰ ਵਿਰੋਧ ਹੋਵੇਗਾ ਉਹਨਾਂ ਦਾ ਹੋਵੇਗਾ, ਪਰ ਉਸ ਅਕਾਲ ਪੁਰਖ ਦਾ ਨਹੀਂ। ਜੋ ਕਰਤਾ ਪੁਰਖ ਹੈ ਉਸ ਦਾ ਸਾਰਿਆਂ ਨੂੰ ਭਉ ਹੈ, ਪਰ ਉਸ ਨੂੰ ਕਿਸੇ ਦਾ ਭਉ ਨਹੀਂ। ਜਿਸ ਨੂੰ ਕਿਸੇ ਦਾ ਭਉ ਨਹੀਂ ਉਸ ਦਾ ਕਿਸੇ ਨਾਲ ਵੈਰ ਵੀ ਨਹੀਂ, ਕਿਉਂਕਿ ਉਸਨੇ ਹੀ ਸਾਰਿਆਂ ਨੂੰ ਉਤਪੰਨ ਕੀਤਾ ਹੈ। ਕਦੀ ਬਾਪ ਦਾ ਵੀ ਆਪਣੇ ਪੁੱਤਰ ਨਾਲ ਵੈਰ ਹੁੰਦਾ ਹੈ? ਨਹੀਂ, ਬਾਪ ਦਾ ਕਦੀ ਪੁੱਤਰ ਨਾਲ ਵੈਰ ਨਹੀਂ ਹੁੰਦਾ। ਉਸਨੇ ਸਾਰਿਆਂ ਨੂੰ ਜਨਮ ਦਿੱਤਾ ਹੈ, ਸ੍ਰਿਸ਼ਟੀ ਰਚੀ ਹੈ, ਹਰ ਕਿਸੇ ਨੂੰ ਪਾਲ ਰਿਹਾ ਹੈ, ਦਾਤਾਂ ਵੰਡ ਰਿਹਾ ਹੈ। ਉਸਦਾ ਕਿਸੇ ਨਾਲ ਕੋਈ ਵੈਰ ਨਹੀਂ। ਤੇ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਉਹ ਕੌਣ ਹੈ? ਅਕਾਲ ਮੂਰਤ। ਉਹ ਕਾਲ ਦੇ ਗੇੜ ਤੋਂ ਰਹਿਤ ਹੈ। ਉਹਦੀ ਮੂਰਤ ਕਾਲ ਦੇ ਵੱਸ ਵਿੱਚ ਨਹੀਂ ਆਉਂਦੀ। ਸਾਡੇ ਮਨੁੱਖਾਂ ਦੀ ਆਉਂਦੀ ਹੈ। ਅਸੀਂ ਮਰਦੇ ਹਾਂ, ਜੰਮਦੇ ਹਾਂ, 84 ਲੱਖ ਜੂਨਾਂ ਦੇ ਵਿੱਚ ਭਟਕਦੇ ਹਾਂ। ਜਿਸ ਪ੍ਰਥਾਏ ਭਾਈ ਗੁਰਦਾਸ ਜੀ ਕੀ ਲਿਖਦੇ ਹਨ? 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣ, ਮੁਖ ਸ਼ੁਭ ਬੋਲਣ ਬਚਨ ਸੁਨੇਹੀ। ਕਿ 84 ਲੱਖ ਜੂਨਾਂ ਨੂੰ ਭੋਗਣ ਤੋਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ। ਇਹ ਭਾਈ ਕੰਨਾਂ ਤੋਂ ਚੰਗਾ ਸੁਣ, ਅੱਖਾਂ ਤੋਂ ਚੰਗਾ ਵੇਖ ਤੇ ਮੂੰਹ ਤੋਂ ਚੰਗਾ ਬੋਲ। ਜੇ ਮਨੁੱਖਾ ਦੇਹੀ ਮਿਲੀ ਹੈ ਤਾਂ ਇਸ ਦਾ ਲਾਭ ਉਠਾ, ਕੂੜ ਦੇ ਵਿੱਚ ਨਾ ਫਸ। ਉਹ ਇੱਕ ਅਕਾਲ ਹੀ ਹੈ ਜਿਸ ਦੀ ਮੂਰਤ ਕਾਲ ਦੇ ਵੱਸ ਵਿੱਚ ਨਹੀਂ ਆਉਂਦੀ। ਅਕਾਲ ਪੁਰਖ ਜਿਸ ਦੀ ਮੂਰਤ ਕਾਲ ਦੇ ਵੱਸ ਨਹੀਂ ਹੁੰਦੀ। ਤੇ ਜਿਹਦੇ ਮੂਰਤ ਕਾਲ ਦੇ ਵੱਸ ਦੇ ਵਿੱਚ ਨਹੀਂ ਹੈ ਉਹ ਕੌਣ ਹੈ? ਅਜੂਨੀ ਸਹਿਬ। ਜਿਹਦੀ ਮੂਰਤੀ ਕਾਲ ਦੇ ਵੱਸ ਦੇ ਵਿੱਚ ਨਹੀਂ ਹੈ, ਜੋ ਨਿਰਭਉ ਹੈ, ਨਿਰਵੈਰ ਹੈ, ਜਿਸ ਦੀ ਮੂਰਤੀ ਨਹੀਂ ਕਾਲ ਦੇ ਵੱਸ ਹੁੰਦੀ, ਜੋ ਮਰਦਾ ਹੀ ਨਹੀਂ, ਉਸਨੇ ਜੂਨਾਂ ਵਿੱਚ ਕਿੱਥੇ ਆਉਣਾ ਹੈ? ਉਹ ਅਜੂਨੀ ਸਹਿ ਭੰਗ ਹੈ। ਉਹ ਜੂਨਾਂ ਤੋਂ ਰਹਿਤ ਹੈ। ਉਹ ਕਿਉਂਕਿ ਸਵੈਮ ਤੋਂ ਉਤਪੰਨ ਹੋਇਆ ਹੈ, ਉਸਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਉਹ ਸਵੈਮ ਤੋਂ ਉਤਪੰਨ ਹੋਇਆ ਹੈ। ਸਹਿ ਭੰਗ ਭਾਵ ਜਿਹਦੇ ਅਰਥ ਲੇਖਾਕਾਰ ਸਵੰਭਵ ਵੀ ਕਰਦੇ ਹਨ। ਕਿਹਨੂੰ ਸਵੰਭਵ ਵੀ ਆਖਦੇ ਹਨ? ਸਵੰਭਵ ਆਪਣੇ ਆਪ ਤੋਂ ਉਤਪੰਨ ਹੋਇਆ ਹੈ, ਉਸਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਅਜੂਨੀ ਸਹਿ ਭੰਗ ਉਹ ਜੂਨਾਂ ਤੋਂ ਰਹਿਤ ਹੈ ਕਿਉਂਕਿ ਸਵੈਮ ਤੋਂ ਉਤਪੰਨ ਹੋਇਆ ਹੈ। ਤੇ ਫਿਰ ਜੇਕਰ ਅਸੀਂ ਐਸੇ ਗੁਰੂ ਨੂੰ ਪਾਉਣਾ ਹੈ, ਐਸੇ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਕਰਨੀ ਹੈ, ਤੇ ਕਿਵੇਂ ਹੋ ਸਕਦੀ ਹੈ? ਇਹ ਪ੍ਰਸ਼ਨ ਸਾਡੇ ਮਨਾਂ ਦੇ ਵਿੱਚ ਬਹੁਤ ਫੁਰਦਾ ਹੈ ਕਿ ਜਿਹਦੇ ਇੰਨੇ ਗੁਣ ਹਨ, ਜੋ ਇੱਕ ਹੈ, ਜਿਸ ਨੇ ਓਂਕਾਰ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸੇ ਦਾ ਨਾਮ ਸੱਚਾ ਹੈ ਕਿਉਂਕਿ ਉਹ ਕਰਤਾ ਪੁਰਖ ਹੈ। ਤੇ ਜੋ ਕਰਤਾ ਪੁਰਖ ਹੈ ਉਸਦਾ ਕਿਸੇ ਨਾਲ, ਉਸਨੂੰ ਕਿਸੇ ਦਾ ਭਉ ਨਹੀਂ, ਉਸਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹਦੀ ਮੂਰਤ ਵੀ ਸਮੇਂ ਤੋਂ ਰਹਿਤ ਹੈ, ਕਾਲ ਦੇ ਵੱਸ ਦੇ ਵਿੱਚ ਨਹੀਂ ਹੁੰਦੀ। ਉਹ ਜੂਨਾਂ ਦੇ ਵਿੱਚ ਵੀ ਨਹੀਂ ਹੁੰਦਾ ਕਿਉਂਕਿ ਉਹ ਸਵੈਮ ਤੋਂ ਉਤਪੰਨ ਹੋਇਆ ਹੈ। ਐਸੇ ਗੁਰੂ ਦੀ ਅਸੀਂ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ? ਗੁਰੂ ਸਾਹਿਬ ਜੀ ਲਿਖਦੇ ਹਨ, ਗੁਰ ਪ੍ਰਸਾਦ। ਉਸ ਗੁਰੂ ਦੀ ਕਿਰਪਾ ਦੇ ਥਰੂ, ਜਿੱਥੇ ਪ੍ਰਸਾਦ ਨੂੰ, ਰਾਰੇ ਨੂੰ ਸਿਹਾਰੀ, ਦੱਦੇ ਨੂੰ ਸਿਹਾਰੀ ਲੱਗੀ ਹੋਈ ਪ੍ਰਸਾਦ, ਉੱਥੇ ਭਾਵ ਹੈ ਕਿਰਪਾ ਦੁਆਰਾ। ਕਿ ਐਸੇ ਗੁਰੂ ਦੀ ਪ੍ਰਾਪਤੀ ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦੀ ਹੈ। ਤੇ ਉਹ ਕਿਰਪਾ ਅਸੀਂ ਕਿਵੇਂ ਪ੍ਰਾਪਤ ਕਰਨੀ ਹੈ? ਜਪ, ਜਿਸ ਨੂੰ ਅਸੀਂ ਬਾਣੀ ਦਾ ਨਾਮ ਵੀ ਆਖ ਦਿੰਦੇ ਹਾਂ। ਪਰ ਪਟਿਆਲਾ ਯੂਨੀਵਰਸਿਟੀ ਦੇ ਲੇਖਾਕਾਰ ਇਸ ਪ੍ਰਥਾਏ ਵੀ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਨੇ ਆਖਿਆ ਹੈ ਕਿ ਜਪੋ, ਜਪਣਾ ਕਰੋ, ਪਰ ਕਿਸ ਨੂੰ ਜਪਣਾ ਕਰੋ? ਜੋ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਆਉਣ ਵਾਲੇ ਸਮੇਂ 'ਚ ਵੀ ਸੱਚ ਹੋਵੇਗਾ। ਜੁਗਾ ਜੁਗਾਂਤਰਾਂ ਬੀਤ ਜਾਣ, ਸ੍ਰਿਸ਼ਟੀ ਦਾ ਨਾਸ਼ ਹੋ ਜਾਵੇ, ਕੋਈ ਰਹੇ ਨਾ ਰਹੇ, ਪੇੜ ਪੌਦੇ ਸਭ ਕੁਝ ਖਤਮ ਹੋ ਜਾਣ, ਇਨਸਾਨ ਨਾ ਬਚਣ, ਜਾਨਵਰ ਨਾ ਬਚਣ, ਪਰ ਉਸ ਦਾ ਵਜੂਦ ਸਦਾ ਰਹੇਗਾ। ਐਸੇ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰ। ਜਦੋਂ ਤੂੰ ਧਿਆਏਗਾ ਤਾਂ ਤੈਨੂੰ ਉਹ ਪ੍ਰਾਪਤ ਹੋਵੇਗਾ, ਪਰ ਉਸਨੂੰ ਸੱਚੇ ਮਨ ਦੇ ਨਾਲ, ਇੱਕ ਮਨ ਇੱਕ ਚਿੱਤ ਹੋ ਕਰਕੇ ਧਿਆਏਗਾ ਤਾਂ।
ਜੇਕਰ ਅਸੀਂ ਇਹੋ ਪੜ੍ਹੀ ਜਾਣਾ ਹੈ ਕਿ ਸ਼ਿਕਾਰੀ ਆਏਗਾ ਦਾਣਾ ਪਾਏਗਾ, ਅਸੀਂ ਜਾਲ ਵਿੱਚ ਫਸਣਾ ਨਹੀਂ। ਬਸ ਤੋਤਿਆਂ ਵਾਂਗੂ ਰਟੀ ਜਾਣਾ ਹੈ ਪਰ ਸਮਝਣਾ ਨਹੀਂ। ਤੇ ਉਹ ਤੋਤੇ ਫਸ ਜਾਂਦੇ ਹਨ, ਫਿਰ ਵੀ ਬੋਲੀ ਜਾਂਦੇ ਹਨ ਪਰ ਕੋਈ ਮਤਲਬ ਨਹੀਂ, ਕਿਉਂਕਿ ਤੋਤਾ ਰਟੀ ਹੈ। ਇਸ ਲਈ ਸਮਝਣਾ ਹੈ। ਗੁਰੂ ਸਾਹਿਬ ਜੀ ਦੇ ਜੀਵਨ ਨੂੰ ਅਸੀਂ ਜਿੱਥੇ ਸੁਣਨਾ ਹੈ ਉੱਥੇ ਸੁਣ ਕੇ ਸਮਝ ਕੇ ਧਾਰਨ ਵੀ ਕਰਨਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਿਧਾਂਤ ਦਿੱਤੇ ਹਨ। ਗੁਰੂ ਸਾਹਿਬ ਜੀ ਨੇ ਆਪਣੇ ਸੰਪੂਰਨ ਜੀਵਨ ਦੇ ਵਿੱਚ ਸਾਨੂੰ ਸਿਧਾਂਤ ਬਖਸ਼ਿਸ਼ ਕੀਤੇ ਹਨ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰੂ ਸਾਹਿਬ ਜੀ ਨੇ ਪਹਿਲਾਂ ਆਪ ਇਹ ਸਿਧਾਂਤਾਂ ਦੇ ਪੂਰੇ ਉਤਰੇ ਹਨ, ਫਿਰ ਸਾਨੂੰ ਦਿੱਤੇ ਹਨ। ਕਿਰਤ ਕਰਨ ਲਈ ਕਿਹਾ। ਕਰਤਾਰਪੁਰ ਸਾਹਿਬ ਦੀ ਪਾਵਨ ਸਰਜ਼ਮੀਨ ਦੇ ਉੱਤੇ ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਹੱਥੀਂ ਕਿਰਤ ਕੀਤੀ ਹੈ, ਹਲ ਵਾਹਿਆ ਹੈ, ਜ਼ਮੀਨ ਨੂੰ ਸਿੰਚਣਾ ਕੀਤਾ ਹੈ। ਫਿਰ ਸਾਨੂੰ ਕਿਹਾ ਹੈ ਕਿ ਭਾਈ ਕਿਰਤ ਕਰੋ। ਜੇ ਨਾਮ ਜਪਣ ਦਾ ਸਿਧਾਂਤ ਦਿੱਤਾ ਹੈ ਗੁਰੂ ਸਾਹਿਬ ਜੀ ਨੇ, ਉਸ ਅਕਾਲ ਪੁਰਖ ਦਾ ਜਿੱਥੇ ਨਾਮ ਜਪਿਆ ਹੈ ਉੱਥੇ ਸਭਨਾਂ ਨੂੰ ਜਪਾਇਆ ਵੀ ਹੈ ਕਿ ਜਪੋ। ਜਗਤ ਦੇ ਵਿੱਚ ਨਾਮ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਘਰ ਘਰ 'ਚ ਪਹੁੰਚਾਉਣਾ ਕੀਤਾ ਹੈ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕੱਲ ਵਿੱਚ ਪ੍ਰਗਟ। ਤੀਜਾ ਸਿਧਾਂਤ ਹੁੰਦਾ ਹੈ ਗੁਰੂ ਸਾਹਿਬ ਦਾ, ਵੰਡ ਕੇ ਛਕੋ, ਵੰਡ ਛਕੋ। ਗੁਰੂ ਸਾਹਿਬ ਜੀ ਨੇ ਇੱਥੇ ਸਾਨੂੰ ਇਹੀ ਵੰਡਣ ਲਈ ਨਹੀਂ ਕਿਹਾ ਕਿ ਹਾਂ ਭਾਈ ਜੇ ਤੇਰੇ ਕੋਲ 2 ਰੋਟੀਆਂ ਹਨ ਤੇ ਤੂੰ ਇੱਕ ਕਿਸੇ ਨੂੰ ਦੇ ਦੇ, ਤੇਰੇ ਕੋਲ ਧਨ ਦੌਲਤ ਹੈ ਤੂੰ ਵੰਡ ਦੇ, ਤੇਰੇ ਕੋਲ ਬਿਸਤਰੇ ਹਨ, ਬਸਤਰ ਹਨ, ਵੰਡ ਦੇ। ਇਹ ਸਭ ਅਸੀਂ ਵੰਡਦੇ ਹਾਂ, ਪਰ ਗੁਰੂ ਸਾਹਿਬ ਨੇ ਇਸ ਦੇ ਨਾਲ ਨਾਲ ਨਾਮ ਨੂੰ ਵੀ ਵੰਡਣ ਨੂੰ ਕਿਹਾ ਹੈ ਕਿ ਭਾਈ ਜਿੱਥੇ ਆਪ ਜਪਦਾ ਹੈ ਹੋਰਨਾਂ ਨੂੰ ਵੀ ਆਪਣੇ ਕੋਲ ਬਿਠਾ ਤੇ ਉਹਨਾਂ ਨੂੰ ਵੀ ਆਖ ਕਿ ਨਾਮ ਨੂੰ ਜਪਣ। ਤੇ ਅਸੀਂ ਸਭ ਜਾਣਦੇ ਹਾਂ ਕਿ ਸਤ ਸੰਗਤ ਦੇ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਦਾ ਨਾਮ ਜਪਣਾ ਕਿਤਨਾ ਲਾਹੇਵੰਦ ਹੁੰਦਾ ਹੈ। ਅਸੀਂ ਸਭ ਪੜ੍ਹਦੇ ਤੇ ਹਾਂ ਹੀ। ਦੋਏ ਮਿਲ ਸਾਤ ਸੰਗ ਪੰਜ ਪਰਮੇਸ਼ਰ ਹੈ, 10 20 30 ਮਿਲ ਅਵਗਤ ਊ। ਜਿੱਥੇ 2 ਜਾਣੇ ਬੈਠ ਕਰਕੇ ਪ੍ਰਭੂ ਦੇ ਨਾਮ ਨੂੰ ਸਿਮਰਦੇ ਹਨ ਉਹ ਸਤ ਸੰਗਤ ਹੈ। ਜਿੱਥੇ 5 ਜਾਣੇ ਇਕੱਠੇ ਹੋਏ ਨੇ ਉਹ ਪਰਮੇਸ਼ਰ ਰੂਪ ਹੈ। ਤੇ ਜਿੱਥੇ ਬੇਅੰਤ ਲੋਕ ਇਕੱਠੇ ਹੁੰਦੇ ਹਨ ਉਸ ਦੀ ਗਾਥਾ ਤੇ ਕੋਈ ਗਾ ਹੀ ਨਹੀਂ ਸਕਦਾ, ਉਸ ਦਾ ਕਥਨ ਕੋਈ ਕਰ ਹੀ ਨਹੀਂ ਸਕਦਾ। ਉਹ ਅਵਗਤ ਊਪ ਹੈ, ਉਹ ਸਭ ਤੋਂ ਉੱਤੇ ਹੈ। ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਗੁਰੂ ਦੇ ਦਿੱਤੇ ਸਿਧਾਂਤਾਂ 'ਤੇ ਅਸੀਂ ਪੂਰੇ ਉਤਰੀਏ, ਸੰਗਤ ਦੀ ਚਰਨ ਧੂੜੀ ਨੂੰ ਆਪਣੇ ਮਸਤਕ 'ਤੇ ਪ੍ਰਵਾਨ ਕਰੀਏ, ਕਿਉਂਕਿ ਅਸੀਂ ਤਾਂ ਇਹੀ ਨਹੀਂ ਸਮਝਦੇ ਕਿ ਸਤ ਸੰਗਤ ਕੈਸੀ ਹੈ। ਸਤ ਸੰਗਤ ਕਹਿੰਦੇ ਕਿਹਨੂੰ ਹਨ? ਗੁਰੂ ਸਾਹਿਬ ਜੀ ਕੀ ਫਰਮਾਉਂਦੇ ਹਨ? ਸਤ ਸੰਗਤ ਕੈਸੀ ਜਾਣੀ ਹੈ? ਪ੍ਰਸ਼ਨ ਕੀਤਾ ਹੈ, ਸਤ ਸੰਗਤ ਕੈਸੀ ਹੋਵੇ? ਫਿਰ ਗੁਰੂ ਸਾਹਿਬ ਜੀ ਸਮਝਾਉਂਦੇ ਹਨ, ਜਿੱਥੇ ਏਕੋ ਨਾਮ ਬਖਾਣੀ ਹੈ, ਜਿੱਥੇ ਇੱਕ ਦੇ ਨਾਮ ਦੀ ਚਰਚਾ ਹੋਵੇ। ਨਾ ਕਿ ਅਸੀਂ ਬੈਠੇ ਹਾਂ ਕਦੀ ਇੱਧਰ ਵੇਖ ਲਿਆ ਕਦੀ ਇੱਧਰ ਵੇਖ ਲਿਆ, ਹੋਰਨਾਂ ਨਾਲ ਗੱਲਾਂ ਮਾਰਦੇ ਰਹੇ, ਇਹ ਸਤ ਸੰਗਤ ਨਹੀਂ। ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਕੁਛ ਛੱਡਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਝਾਤੀ ਮਾਰੀਏ ਤਾਂ ਸਾਨੂੰ ਸਮਝ ਆਵੇ। ਜੇਕਰ ਅਸੀਂ ਗੁਰੂ ਸਾਹਿਬ ਜੀ ਤੋਂ ਕੁਛ ਪੁੱਛਦੇ ਹਾਂ ਸਾਨੂੰ ਉਸ ਗੱਲ ਦਾ ਜਵਾਬ ਮਿਲਦਾ ਹੈ, ਕੇਵਲ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਗੁਰੂ ਦੇ ਨਾਲ ਗੱਲਾਂ ਕਰਨੀਆਂ ਹਨ। ਗੁਰੂ ਸਾਡੇ ਨਾਲ ਗੱਲਾਂ ਕਰਦਾ ਹੈ, ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦਿੰਦਾ ਹੈ, ਪਰ ਅਸੀਂ ਨਾ ਤਾਂ ਸਮਝਣਾ ਕਰਦੇ ਹਾਂ ਨਾ ਧਾਰਨ ਕਰਦੇ। ਇਸ ਲਈ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਸਮਝਣਾ ਕਰੀਏ, ਸਿਧਾਂਤਾਂ ਦੇ ਧਾਰਨੀ ਬਣੀਏ, ਤਾਂ ਕਿ ਗੁਰੂ ਸਾਹਿਬ ਜੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ, ਬਖਸ਼ਿਸ਼ਾਂ ਕਰਨ, ਸਾਨੂੰ ਸਦੀਵੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਵਿਚਾਰ ਕਰਦਿਆਂ ਦਾਸ ਕੋਲੋਂ ਏਕ ਨਹੀਂ ਅਨੇਕ ਭੁੱਲਾਂ ਹੋ ਗਈਆਂ ਹਨ। ਗੁਰੂ ਸਾਹਿਬ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਅੰਤ ਦੇ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।